ਗ੍ਰਾਮ ਸਭਾ ਕੀ ਹੈ ਤੇ ਗ੍ਰਾਮ ਸਭਾ ਸਾਡੇ ਲੋਕਤੰਤਰ ਦੀ ਸਭ ਤੋਂ ਜਿਹੜੀ ਮੁੱਢਲੀ ਇਕਾਈ ਆ ਉਹਦੇ 'ਚ ਕਿੰਨੀ ਮਹੱਤਤਾ। ਹਾਲ ਹੀ ਪੰਜਾਬ ਸਰਕਾਰ ਨੇ ਵੀ ਫੈਸਲਾ ਕੀਤਾ ਕਿ ਪਿੰਡਾਂ 'ਚ ਗ੍ਰਾਮ ਸਭਾਵਾਂ ਬੁਲਾਈਆਂ ਜਾਣਗੀਆਂ। ਇਸ ਪੂਰੇ ਮੰਤਵ ਨੂੰ ਜਿਹੜਾ ਐਕਟ ਦੇ ਵਿੱਚ ਬਹੁਤ ਜ਼ਿਆਦਾ ਇਹਦੀ ਹੈ ਕਿ ਗ੍ਰਾਮ ਸਭਾ ਸਾਲ 'ਚ 2 ਵਾਰਾਂ ਬੁਲਾਉਣੀ ਬਹੁਤ ਜ਼ਰੂਰੀ ਆ। ਉਹ ਸਾਰੇ ਮੰਤਵ ਨੂੰ ਸਮਝਣ ਵਾਸਤੇ ਸਾਡੇ ਨਾਲ ਇਸ ਸਮੇਂ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਹੋਣੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ। ਭਾਈ ਇਹ ਜਿਹੜਾ ਸਰਕਾਰ ਨੇ ਫੈਸਲਾ ਲਿਆ, ਪਹਿਲਾਂ ਇਹਨੂੰ ਕਿਵੇਂ ਦੇਖਦੇ ਹੈਗੇ ਕਿ ਪਹਿਲੀਆਂ ਸਰਕਾਰਾਂ ਵੀ ਦੇ ਦਿੰਦੀਆਂ ਸੀ, ਉਹ ਸਿਰਫ ਬਿਆਨ ਹੀ ਸਾਬਤ ਹੋਏ। हाँ बिल्कुल, किसी ने दिलचस्पी नहीं दिखाई बहुत। चलो ਜਿਹੜਾ ਇਹਨਾਂ ਨੇ ਮੌਜੂਦਾ ਪੰਚਾਇਤ ਮੰਤਰੀ ਨੇ ਬਿਆਨ ਦਿੱਤਾ ਇੱਕ ਪਾਰਟਿਕੂਲਰ ਡੇਟ ਰੱਖ ਕੇ, ਇਹ ਮਤਲਬ ਬਿਆਨ ਆਪਦੇ ਆਪ 'ਚ ਸਵਾਗਤਯੋਗ ਹੈ। ਬਾਕੀ ਇੰਪਲੀਮੈਂਟੇਸ਼ਨ ਜਾਂ ਅਮਲ ਤੋਂ ਲੱਗੇਗਾ ਪਤਾ। ਉਹਦਾ ਕਾਰਨ ਇਹ ਹੈ ਕਿ ਨਹੀਂ ਤਾਂ ਹੁਣ ਤੱਕ ਬਹੁਤ ਹੀ ਜ਼ਿਆਦਾ ਪੰਚਾਇਤਾਂ ਫੋਕਸ ਰਹਿੰਦੀਆਂ ਨੇ, ਗ੍ਰਾਮ ਸਭਾ ਤਾਂ ਪਤਾ ਹੀ ਨਹੀਂ, ਅਜੇ ਵੀ ਪ੍ਰਚਾਰ ਨਹੀਂ ਕੀਤਾ। ਹਾਲਾਂਕਿ 24 ਅਪ੍ਰੈਲ 1993 ਤੁਸੀਂ ਦੇਖ ਲਓ, ਲਗਭਗ 30 ਸਾਲ ਹੋਣ ਵਾਲੇ ਨੇ ਜਦੋਂ ਦਾ ਇਹ 73ਵੀਂ ਸੰਵਿਧਾਨਕ ਸੋਧ ਹੋਈ ਹੈ। ਔਰ ਉਹਦੇ 'ਚ ਪਹਿਲਾਂ ਤਾਂ ਮੈਨੂੰ ਲੱਗਦਾ ਇੱਕ ਬੜੇ ਵੱਡੇ ਪੱਧਰ ਦੇ ਉੱਤੇ ਜੋ ਲੋਕਾਂ 'ਚ ਇੱਕ ਜਾਗਰੂਕਤਾ ਮੁਹਿੰਮ ਚਲਾਉਣ ਦੀ ਵੀ, ਲੋਕਾਂ ਨੂੰ ਵੀ ਨਹੀਂ ਪਤਾ ਬਹੁਤੀ ਥਾਂ ਕਿ ਪਿੰਡਾਂ 'ਚ ਆਲੇ ਦੁਆਲੇ ਲੋਕਾਂ ਨੂੰ ਤਾਂ ਪੰਚਾਇਤ ਪਤਾ ਹੈ ਤੇ ਪੰਚਾਇਤ ਤੋਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ, ਤੇ ਅਜੇ ਵੀ ਬਹੁਤ ਲੋਕ ਇਹੋ ਜਿਹੇ ਆਉਂਦੇ ਨੇ ਫਿਰ ਇਹ ਗ੍ਰਾਮ ਸਭਾ ਕਿਵੇਂ ਬਣਾਉਣੀ ਹੈ ਜੀ, ਇਹ ਸਵਾਲ ਆਮ ਲੋਕ ਕਰਦੇ ਨੇ, ਕਿੰਨੇ ਫੋਨ ਆ ਜਾਂਦੇ ਨੇ। ਹਾਲਾਂਕਿ ਉਹਨਾਂ ਨੂੰ ਇਹ ਨਹੀਂ ਸਮਝ ਕਿ ਇਹ ਬਣਾਉਣੀ ਨਹੀਂ, ਇਹ ਬਣੀ ਹੋਈ ਹੈ ਪੱਕੀ। ਤੇ ਜੇ ਗ੍ਰਾਮ ਸਭਾ ਨਾ ਹੋਵੇ ਤਾਂ ਪੰਚਾਇਤ ਬਣਦੀ ਹੋ ਨਹੀਂ। ਮਤਲਬ ਇਹ ਮੁੱਢਲਾ ਸਵਾਲ ਹੈ, ਪਹਿਲਾਂ ਗ੍ਰਾਮ ਸਭਾ ਬਣਦੀ ਹੈ। ਗ੍ਰਾਮ ਸਭਾ ਦਾ ਮਤਲਬ ਕਿਸੇ ਪਿੰਡ 'ਚ ਰਹਿਣ ਵਾਲੇ 18 ਸਾਲ ਤੋਂ ਉੱਪਰ ਦੇ ਸਾਰੇ ਵੋਟਰ ਉਹਦੇ ਪੱਕੇ ਮੈਂਬਰ ਨੇ। ਤੇ ਉਹਨਾਂ ਤੋਂ ਬਾਅਦ ਫਿਰ ਜਦੋਂ ਗ੍ਰਾਮ ਸਭਾ ਦਾ ਨੋਟੀਫਿਕੇਸ਼ਨ ਹੋ ਜਾਂਦਾ ਕਿ ਪੱਕੇ ਮੈਂਬਰ ਨੇ, ਇੱਕ ਪਿੰਡ ਹੋ ਗਿਆ, ਤਾਂ ਫਿਰ ਉਦੋਂ ਬਾਅਦ ਪੰਚਾਇਤ ਦੀ ਚੋਣ ਹੁੰਦੀ ਹੈ ਫਿਰ ਬਾਅਦ। ਔਰ ਗ੍ਰਾਮ ਸਭਾ ਇੱਕ ਸਾਡੇ ਜਿਵੇਂ ਵਿਧਾਨ ਸਭਾ ਹੈ, 117 MLA ਚੁਣੇ ਜਾਂਦੇ ਨੇ, ਤੇ ਉਦੋਂ ਬਾਅਦ ਫਿਰ ਜਿਹੜੀ ਬਹੁਤ ਸੰਮਤੀ ਵਾਲੀ ਪਾਰਟੀ ਹੁੰਦੀ ਹੈ ਉਹਦਾ ਚੀਫ ਮਿਨਿਸਟਰ ਤੇ ਮੰਤਰੀ ਚੁਣੇ ਜਾਂਦੇ ਨੇ। ਉਵੇਂ ਹੀ ਗ੍ਰਾਮ ਸਭਾ ਦੇ ਮੈਂਬਰ ਜਿਹਦੇ ਨਾਲ ਜ਼ਿਆਦਾ ਨੇ ਉਹੀ ਪੰਚ ਤੇ ਸਰਪੰਚ ਚੁਣੇ ਜਾਂਦੇ ਨੇ। ਇਹ ਇਸ ਤਰ੍ਹਾਂ ਇੱਕ ਪਿੰਡ ਦੀ ਪਾਰਲੀਮੈਂਟ ਜਾਂ ਵਿਧਾਨ ਸਭਾ ਦਾ ਜਿਹੜਾ ਅਖਤਿਆਰ ਹੈ ਗ੍ਰਾਮ ਸਭਾ ਰੱਖਦੀ ਹੈ। ਤੇ ਇਸੇ ਕਰਕੇ ਇਹ ਹੈ ਕਿ ਇਹਦੇ 'ਚ ਕਾਨੂੰਨ ਦੇ ਵਿੱਚ ਜਿਹੜਾ ਪੰਚਾਇਤੀ ਰਾਜ ਕਾਨੂੰਨ 1994 ਹੈ, ਉਹਦੇ ਵਿੱਚ ਇਹ ਦਰਜ ਹੈ ਕਿ ਜਿੰਨੇ ਵੀ ਫੈਸਲੇ ਨੇ ਪੰਚਾਇਤ ਲੈਂਦੀ ਹੈ, ਚਾਹੇ ਉਹ ਪਿੰਡ ਦੇ ਬਜਟ ਨਾਲ ਸੰਬੰਧਿਤ ਨੇ, ਚਾਹੇ ਬਾਹਰੋਂ ਕੋਈ ਬਜਟ ਆਉਂਦਾ ਹੈ, ਤੇ ਚਾਹੇ ਉਹ ਸਕੀਮਾਂ ਨੇ, ਚਾਹੇ ਉਹ ਆਟੇ ਦਾਲ ਦੀ ਸਕੀਮ ਹੈ, 5 ਮਰਲੇ ਦੇ ਪਲਾਟ ਦੀ ਹੈ, ਕੱਚੇ ਘਰ ਦੀ ਹੈ, ਵਾਟਰ ਵਰਕਸ ਦੀ ਹੈ, ਜਿੰਨੀਆਂ ਵੀ ਸਕੀਮਾਂ ਨੇ, ਉਹਨਾਂ ਸਕੀਮਾਂ ਦੀਆਂ ਤਰਜੀਹਾਂ ਕਦੋਂ ਕਿਹੜੀ ਪਹਿਲਾਂ ਕਿਵੇਂ ਕਰਨੀ ਹੈ, ਇਹ ਸਾਰਿਆਂ ਦੀ ਮਨਜ਼ੂਰੀ ਗ੍ਰਾਮ ਸਭਾ 'ਚੋਂ ਲੈਣੀ ਹੁੰਦੀ ਹੈ। ਤੇ ਜਿਹੜਾ ਲੇਖਾ ਜੋਖਾ ਹੈ, ਪੈਸਾ ਕਿੱਥੇ ਕਿੰਨਾ ਲੱਗਿਆ, ਇਹਦਾ ਲੇਖਾ ਜੋਖਾ ਵੀ ਗ੍ਰਾਮ ਸਭਾ ਦੇ ਵਿੱਚ ਪੇਸ਼ ਕਰਨਾ ਹੁੰਦਾ। ਜਿਵੇਂ ਹੁਣ ਨਵੀਂ ਸਰਕਾਰ ਬਣੀ ਹੈ, ਇਹ ਪੂਰਾ ਬਜਟ ਨਹੀਂ ਸੀ ਪੇਸ਼ ਕਰ ਸਕਦੀ, ਇਹਨੂੰ ਵੀ 3 ਮਹੀਨੇ ਕੰਮ ਚਲਾਉਣ ਦੇ ਲਈ ਵੋਟ ਔਨ ਅਕਾਊਂਟ ਲੈਣਾ ਪਿਆ। ਉਵੇਂ ਹੀ ਗ੍ਰਾਮ ਸਭਾ ਦੇ ਬਿਨਾਂ ਪੁੱਛੇ, ਉਹਨਾਂ ਦੇ ਬਿਨਾਂ ਮਨਜ਼ੂਰੀ ਤੋਂ ਪੰਚਾਇਤ ਖਰਚ ਨਹੀਂ ਕਰ ਸਕਦੀ ਕੋਈ ਪੈਸਾ। ਪਰ ਸਵਾਲ ਸਾਡੇ ਇਹ ਪੈਦਾ ਹੁੰਦਾ ਹੈ ਕਿ ਨਾ ਗ੍ਰਾਮ ਸਭਾ ਦਾ ਅਜਲਾਸ ਹੁੰਦਾ ਹੈ ਤੇ ਪੰਚਾਇਤਾਂ ਆਪਣੇ ਦਮ ਤੇ ਚੱਲੀ ਜਾਂਦੀਆਂ ਨੇ। ਉਹ ਫਿਰ ਕੀ ਹੁੰਦਾ, ਲੋਕ ਕਹਿੰਦੇ ਨੇ ਵੀ ਜੀ ਸਾਡੇ ਤਾਂ ਨਹੀਂ ਹੁੰਦੀ ਗ੍ਰਾਮ ਸਭਾ, ਫਿਰ ਉਹ ਕਾਗਜ਼ੀ ਪੱਤਰੀ ਫਰਾਡ ਹੋ ਜਾਂਦਾ ਹੈ। ਜਿਹੜੀ ਜਿਸ ਤਰ੍ਹਾਂ ਗ੍ਰਾਮ ਸਭਾ ਸਾਲ ਦੇ ਵਿੱਚ 2 ਵਾਰਾਂ ਬੁਲਾਉਣੀ ਜ਼ਰੂਰੀ ਹੈ, ਇਹ ਕੀ ਪੰਚਾਇਤ ਇਕੱਠੀ ਹੁੰਦੀ ਹੈ, ਪੂਰਾ ਪਿੰਡ ਇਕੱਠਾ ਹੁੰਦਾ ਕਿ ਜਾਂ ਵੋਟਰ, ਮੰਨ ਲਓ ਫੋਰ ਐਗਜ਼ਾਮਪਲ ਇੱਕ ਪਿੰਡ ਦੇ 2000 ਵੋਟ ਆ, ਕਿ ਉਹਦਾ ਜੇ 10% ਵੀ ਆ ਗਿਆ ਤਾਂ ਉਹ ਗ੍ਰਾਮ ਸਭਾ ਮੰਨੀ ਜਾਊਗੀ? ਇਹਦੇ 'ਚ ਇਹ ਹੈ ਕਿ ਗ੍ਰਾਮ ਸਭਾ ਬੁਲਾਉਣ ਦਾ ਮਤਲਬ ਜ਼ਿੰਮੇਵਾਰੀ ਵੀ ਤੇ ਹੱਕ ਵੀ ਪਹਿਲਾਂ ਤਾਂ ਸਰਪੰਚ ਨੂੰ ਹੈ। ਸਰਪੰਚ ਜਦੋਂ ਚਾਹੇ, ਜਿਵੇਂ ਜੂਨ ਤੇ ਦਸੰਬਰ ਦਾ ਮਹੀਨਾ, ਇਹ 2 ਮਹੀਨੇ ਹਾੜੀ ਤੇ ਸੌਣੀ ਦੇ ਉਹਨੂੰ ਇਜਲਾਸ ਕਹਿੰਦੇ ਨੇ। ਇਹ 2 ਮਹੀਨਿਆਂ ਦੇ ਵਿੱਚ ਤਾਂ ਇਜਲਾਸ ਬੁਲਾਉਣਾ ਹੀ ਬੁਲਾਉਣਾ ਹੈ। ਜਿਹੜਾ ਸਰਪੰਚ ਦੋਨੇ ਮਹੀਨਿਆਂ 'ਚ ਨਾ ਬੁਲਾਵੇ ਤਾਂ ਦੂਜੇ ਮਹੀਨੇ ਦੀ ਆਖਰੀ ਤਰੀਕ ਨੂੰ ਆਪਣੇ ਆਪ ਸਸਪੈਂਡ ਹੋ ਜਾਂਦਾ ਹੈ ਬਿਨਾਂ ਕਿਸੇ ਆਰਡਰ ਦੇ। ਇਹ ਕਾਨੂੰਨ ਕਹਿੰਦਾ ਸਰਪੰਚ ਆਪਣੇ ਆਪ ਸਸਪੈਂਡ ਹੋ ਜਾਂਦਾ ਜੇ ਉਹ ਨਹੀਂ ਕਰਦਾ। ਹਾਂ, ਉਹ 2 ਤੋਂ ਜ਼ਿਆਦਾ ਜਿੰਨੇ ਮਰਜ਼ੀ ਬੁਲਾ ਲੇ, ਇਹ ਹੈਗੇ ਨੇ ਆਮ ਇਜਲਾਸ। ਖਾਸ ਇਜਲਾਸ ਵੀ ਉਹ ਬੁਲਾ ਸਕਦਾ ਪਿੰਡ ਦੀ ਹਰ ਸਮੱਸਿਆ ਨਾਲ ਸੰਬੰਧਿਤ, ਕਿ ਇਹਦੇ 'ਤੇ ਆਪਾਂ ਵਿਚਾਰ ਕਰਨੀ ਆ, ਆਓ ਮੈਂ ਸਪੈਸ਼ਲ ਇਜਲਾਸ ਬੁਲਾ ਰਿਹਾ। ਪਰ ਜੇ ਸਰਪੰਚ ਨਹੀਂ ਬੁਲਾਉਂਦਾ ਤਾਂ ਵੀ 20% ਵੋਟਰ ਇਕੱਠੇ ਹੋ ਕੇ ਜੇ ਦਸਖਤ ਕਰਕੇ ਅੰਗੂਠਾ ਲਾ ਕੇ BDPO ਨੂੰ ਦਿੰਦੇ ਨੇ ਤਾਂ 1 ਮਹੀਨੇ ਦੇ ਅੰਦਰ ਅੰਦਰ ਉਹਨੂੰ ਵੀ ਵਿਸ਼ੇਸ਼ ਇਜਲਾਸ ਬੁਲਾਉਣਾ ਪੈਂਦਾ। ਉੱਥੇ ਸਰਪੰਚ ਦੀ ਪੁੱਗਤ ਇੰਨੀ ਕਿ ਜੇ ਸਰਪੰਚ ਆ ਜਾਂਦਾ ਉਹ ਪ੍ਰਧਾਨਗੀ ਕਰਦਾ, ਜੇ ਨਾ ਆਵੇ ਤਾਂ ਕਿਸੇ ਵੀ ਪੰਚ ਨੂੰ ਉਦਣ ਲਈ ਪ੍ਰਧਾਨ ਚੁਣ ਲੈਂਦੇ ਨੇ, ਤੇ ਉਹ ਵੀ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਇਜਲਾਸ ਹੋਊਗਾ। ਜਿਸੇ ਮੰਨ ਲਓ ਸਰਪੰਚ ਨਹੀਂ ਬੁਲਾਉਂਦਾ, ਉਹ BDP ਕੋਲ ਜਾਣ ਕੇ ਲਿਖਤੀ ਦੇ ਦੇਣਗੇ ਸਪੈਸ਼ਲ ਇਜਲਾਸ ਮੈਂ,
ਇੱਦਾਂ ਦੀਆਂ ਕਿਉਂਕਿ ਤੁਸੀਂ ਇਸ ਮੁੱਦੇ ਦੇ ਲੰਮੇ ਸਮੇਂ ਤੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਔਰ ਕਈ ਪੰਚਾਇਤਾਂ ਨੇ ਕੀਤੇ ਵੀ ਹੈਗੇ ਇਜਲਾਸ। ਕਿੰਨੀਆਂ ਕੀ ਹਾਲ ਤੱਕ ਪੰਜਾਬ 'ਚ ਪੰਚਾਇਤਾਂ ਨੇ ਜਿੱਥੇ ਰੂਟੀਨ ਹੋ ਗਿਆ ਕਿ ਹਾਂ ਸਾਲ 'ਚ 2 ਵਾਰਾਂ ਇਜਲਾਸ ਬੁਲਾਉਣੇ। ਦੂਜਾ ਜੇ ਨਹੀਂ ਬੁਲਾਉਂਦਾ ਸਰਪੰਚ ਤਾਂ ਕਿੰਨੇ ਕੀ ਸਰਪੰਚ ਨੇ ਜਿਹੜੇ ਵਿਭਾਗ ਨੇ ਮੁਅੱਤਲ ਕੀਤੇ ਸੀ ਜੀ? ਮੈਨੂੰ ਇਹੋ ਜਿਹਾ ਤਾਂ ਕੋਈ ਸਰਪੰਚ ਨਹੀਂ ਮਿਲਿਆ ਹਜੇ ਤੱਕ, ਜਾਂ ਮੇਰੀ ਨੌਲੇਜ 'ਚ ਨਹੀਂ ਹੈ ਜਿਹੜਾ ਇਸ ਕਰਕੇ ਮੁਅੱਤਲ ਹੋ ਗਿਆ ਹੋਵੇ ਕਿ ਤੂੰ ਗ੍ਰਾਮ ਸਭਾ ਦਾ ਇਜਲਾਸ ਨਹੀਂ ਬੁਲਾਇਆ। ਹੋਰਾਂ ਕਾਰਨਾਂ ਕਰਕੇ ਵੀ ਇਹ ਆਪਣਾ ਵਿਰੋਧੀ ਹੈ, ਸਿਆਸੀ ਫਲਾਨਾ ਤੇ ਉਹ ਅਲੱਗ ਗੱਲ ਹੈ। ਉਹਦਾ ਕਾਰਨ ਇਹ ਹੈ ਕਿਉਂਕਿ ਇਕੱਲਾ ਸਰਪੰਚ ਦਾ ਸਵਾਲ ਨਹੀਂ ਹੈ, ਪੰਚਾਇਤ ਸੈਕਟਰੀ ਤੋਂ ਲੈ ਕੇ BDPO ਤੋਂ ਲੈ ਕੇ ਹਲਕਾ ਇੰਚਾਰਜ MLA ਤੱਕ ਗ੍ਰਾਮ ਸਭਾ ਬਣਾਉਣ ਦੇ ਪੱਖ 'ਚ ਨਹੀਂ ਰਹੇ। ਉਹਦਾ ਕਾਰਨ ਇਹ ਹੈ ਕਿ ਜੇ ਸਾਰੇ ਸੰਗਤ 'ਚ ਸਭ ਕੁਝ ਖੁੱਲ੍ਹ ਜੂਗਾ ਜਾ ਕੇ ਤਾਂ ਫਿਰ ਉਹਨਾਂ ਦੇ ਹੱਥ ਥੋੜੀ ਤਾਕਤ ਘਟਦੀ ਹੈ, ਇਹਦੇ ਨਾਲ ਜਵਾਬਦੇਹੀ ਬਣਦੀ ਹੈ। ਹਾਂ, ਕੁਝ ਪਿੰਡਾਂ ਨੇ ਇਹ ਕੰਮ ਕੀਤਾ ਜਿਹੜੇ ਮੈਨੂੰ ਪਤਾ ਹੈ ਕਿ ਜਿੱਥੇ ਸੰਘਰਸ਼ ਲੜ ਕੇ ਉਹਨਾਂ ਨੇ ਆਪਣੇ ਫੈਸਲੇ ਵੀ ਕਰਵਾਏ ਨੇ। ਮੇਰੇ ਆਪਣੇ ਪਿੰਡ ਦੀ ਵੀ ਐਗਜ਼ਾਮਪਲ ਹੈ, ਮਤਲਬ ਉੱਥੇ ਵੀ ਇਸੇ ਤਰੀਕੇ ਨਾਲ ਆ ਜਿਹੜੀ ਸਰਕਾਰ ਨੇ ਬਣਾਈ ਸੀ ਨਾ ਇੱਕ ਅਵਾਰਾ ਪਸ਼ੂਆਂ ਦੇ ਵਾਸਤੇ 25-25 ਏਕੜ ਜ਼ਮੀਨ ਲੈਣੀ ਸੀ। BDO ਜਾ ਕੇ ਉੱਥੇ ਫੈਸਲਾ ਕਰਾਇਆ ਆ ਤੇ ਲੈ ਲਿਆ, ਪਰ ਉਹ ਫਿਰ 20% ਲੋਕਾਂ ਨੇ ਦਸਤਖਤ ਕਰਕੇ ਅਜਲਾਸ ਬੁਲਾਇਆ, ਉਹਦੇ 'ਚੋਂ ਮਤਾ ਰੱਦ ਕੀਤਾ ਤੇ ਉਸ ਤੋਂ ਬਾਅਦ ਕੋਈ ਜ਼ਮੀਨ ਨਹੀਂ ਗਈ। ਹਸਤਾ ਕਲਾਂ ਪਿੰਡ ਹੈ ਫਾਜ਼ਿਲਕਾ ਦੇ ਵਿੱਚ, 2 ਪੰਚਾਇਤਾਂ ਬਣਾਤੀਆਂ, ਡਾਇਰੈਕਟਰ ਲੈਵਲ ਤੇ ਸੈਕਟਰੀ ਲੈਵਲ ਤੇ ਫੈਸਲਾ ਹੋ ਗਿਆ ਟੋਟਲ ਅੰਤਮ। ਉਹਨਾਂ ਨੇ ਗ੍ਰਾਮ ਸਭਾ ਬੁਲਾਈ ਕਿ ਸਾਡਾ ਤਾਂ ਇੱਕੋ ਪਿੰਡ ਚਾਹੀਦਾ, ਅਸੀਂ ਨਹੀਂ 2 ਬਣਾਉਣਾ ਚਾਹੁੰਦੇ। MLA ਵੀ ਨਾਲ ਸੀ ਉਹਨਾਂ ਦੇ 2 ਵਾਲਿਆਂ ਦੇ, ਕਿਉਂਕਿ MLA ਲੱਗਦਾ ਮੇਰਾ ਸਰਪੰਚ ਨਹੀਂ ਬਣਦਾ। ਉਹ ਸਫਲ ਐਗਜ਼ਾਮਪਲ ਹੈ ਕਿ ਮੁੜ ਕੇ ਹਾਈ ਕੋਰਟ ਦੇ ਵਿੱਚ ਗਈ ਉਹੀ ਧਿਰ, ਤੇ ਉਹ ਹਾਈ ਕੋਰਟ ਨੇ ਵੀ ਉਹਨਾਂ ਨੂੰ ਰਾਹਤ ਨਹੀਂ ਦਿੱਤੀ, ਮੁੜ ਕੇ ਕਿਹਾ ਕਿ ਮੁੜ ਕੇ ਇੱਕੋ ਹੀ ਪਿੰਡ ਹੈ, ਇਹ ਇੱਕੋ ਹੀ ਪਿੰਡ ਰਹੂਗਾ, ਇਹ 2 ਨਹੀਂ ਹੋ ਸਕਦਾ। ਪੰਚਾਇਤ ਮਤਾ ਪਾਸ ਕਰ ਦਿੰਦੀ ਆ, ਉਹ ਮਤਾ ਗ੍ਰਾਮ ਸਭਾ ਬੁਲਾ ਕੇ ਰੱਦ ਕੀਤਾ ਜਾ ਸਕਦੀ ਹੈ। ਗ੍ਰਾਮ ਸਭਾ ਫਾਈਨਲ ਅਥਾਰਟੀ ਹੈ, ਵੱਡੀ ਤਾਕਤ ਹੈ ਮਤਲਬ ਉਹਦੇ ਤੋਂ। ਜੇ ਮੋਟੇ ਤੌਰ ਤੇ ਜਿੱਦਾਂ ਆਪਣੀ ਲੋਕ ਸਭਾ ਰਾਜ ਸਭਾ, ਹਾਂ ਜਿਵੇਂ ਲੋਕ ਸਭਾ ਹੈ ਜਾਂ ਵਿਧਾਨ ਸਭਾ ਹੈ, ਜਿਹੜੀਆਂ ਵੱਡੀਆਂ ਤਾਕਤਾਂ ਕੁਛ ਉਸ ਲੈਵਲ ਦੇ ਉੱਤੇ ਨੇ। ਔਰ ਇਹਦੇ 'ਚ ਇਹ ਹੈ ਕਿ ਜੇ 20% ਹਾਂ ਫਿਰ ਕੋਰਮ ਹੈ ਇਹਦਾ। ਮੰਨ ਲਓ ਜਦੋਂ ਗ੍ਰਾਮ ਸਭਾ ਬੁਲਾ ਲਈ, ਚਾਹੇ ਸਰਪੰਚ ਨੇ ਬੁਲਾ ਲਈ, ਚਾਹੇ ਉਹ 20% ਵੋਟਰਾਂ ਨੇ ਲਿਖ ਕੇ ਦੇ ਕੇ ਬੁਲਾ ਲਈ, ਤਾਂ ਪਹਿਲੇ ਝੱਟ ਉਹਦਾ 20% ਕੋਰਮ ਹੈ। ਜਿਵੇਂ ਜੇ 1000 ਵੋਟ ਹੈ ਤਾਂ 200 ਬੰਦਾ ਵੋਟਰ ਉਹਦਾ 'ਚ ਆਉਣਾ ਚਾਹੀਦਾ। ਜੇ ਉਹਦੇ 'ਚ ਨਹੀਂ ਆਉਂਦਾ, ਇਨ ਕੇਸ ਮੰਨ ਲਓ ਤੁਸੀਂ ਘਟ ਗਏ, ਤਾਂ ਉਦੋਂ ਹੀ ਅਗਲੀ ਡੇਟ ਰੱਖ ਕੇ ਕੱਲ੍ਹ ਨੂੰ ਪਰਸੋਂ ਚੌਥੇ ਜਦੋਂ ਵੀ ਤਾਂ 10% ਆ ਜਾਣ ਤਾਂ ਵੀ ਉਹ ਗ੍ਰਾਮ ਸਭਾ ਮੰਨੀ ਜਾਂਦੀ ਹੈ। ਅਲੱਗ-ਅਲੱਗ ਸਟੇਟਾਂ 'ਚ ਅਲੱਗ-ਅਲੱਗ ਕੋਰਮ ਹੈ। ਸਾਡੇ ਆਪਣੇ 20% ਵਾਲਾ ਕੋਰਮ ਹੈ ਕਿ ਉਹਨੇ ਬੰਦੇ ਉਹ 'ਚ ਆਉਣੇ ਵੀ ਚਾਹੀਦੇ ਨੇ ਉਸੇ ਤਰੀਕੇ ਦੇ ਨਾਲ। ਔਰ ਜਿਵੇਂ ਵਿਧਾਨ ਸਭਾ ਦਾ ਕੋਰਮ ਸਾਡੇ ਤਾਂ ਬਹੁਤ ਘੱਟ ਨੇ ਨਾ, 10 MLA ਵੀ ਉੱਥੇ ਬੈਠੇ ਹੋਣ ਤੇ ਇੱਕ ਮੰਤਰੀ ਬੈਠਾ ਹੋਵੇ ਤਾਂ ਵੀ ਠੀਕ ਹੈ ਜੀ, ਪਾਸ ਹੋ ਜਾਂਦਾ। ਇਹਦਾ ਜ਼ਿਆਦਾ ਰੱਖਿਆ ਹੋਇਆ ਹੈ ਕੋਰਮ ਉਸ ਪੱਧਰ ਦੇ ਉੱਤੇ। ਤੇ ਜਿਹੜਾ ਏਜੰਡਾ ਆਉਂਦਾ ਹੈ ਉਹਦੇ ਤੇ ਗੱਲ ਕਰਨੀ ਪਵੇਗੀ। ਕੋਈ ਵਿਧਾਨ ਸਭਾ ਦਾ ਮੈਂਬਰ ਜਿਵੇਂ ਇੱਥੇ ਵੀ ਹੁੰਦਾ ਕਿ ਉੱਠ ਕੇ ਕਹਿ ਸਕਦਾ ਵੀ ਆਹ ਗੱਲ ਵੀ ਸੁਣਨੀ ਚਾਹੀਦੀ ਹੈ ਜੀ, ਇਹ ਵੀ ਬੜੀ ਜ਼ਰੂਰੀ ਹੈ। ਤੇ ਤਾਂ ਉੱਥੇ ਗ੍ਰਾਮ ਸਭਾ ਦਾ ਮੈਂਬਰ ਵੀ ਉੱਠ ਕੇ ਇਹ ਕਹਿ ਸਕਦਾ ਕਿ ਆਹ ਵੀ ਇੱਕ ਜ਼ਰੂਰੀ ਗੱਲ ਹੈ ਜੀ, ਇਹਦੇ ਤੇ ਵੀ ਹੋਣੀ ਚਾਹੀਦੀ ਹੈ ਗੱਲ ਉਹਦੇ ਤੇ ਵੀ ਹੋ ਸਕਦੀ ਹੈ ਉਸ ਸਾਰੇ ਮਾਮਲੇ ਦੇ ਵਿੱਚ। ਇਸ ਕਰਕੇ ਇਹ ਗ੍ਰਾਮ ਸਭਾ ਇਸ ਪੱਧਰ ਤੇ ਹੈ ਤਾਂ ਕਿ ਸੰਗਤੀ ਰੂਪ 'ਚ ਫੈਸਲੇ ਹੁਣ ਪਿੰਡ ਇਕੱਠਾ ਬੈਠ ਕੇ ਸੋਥੇ ਨਾਲ ਪਹਿਲ ਕਦਮੀ ਨਾਲ ਆਪਣੇ ਫੈਸਲੇ ਆਪ ਕਰਨ ਦੇ ਕਾਬਲ ਹੋਵੇ। ਇਹ ਬਹੁਤ ਵੱਡੇ ਪੱਧਰ ਦੇ ਉੱਤੇ ਚੱਲਦਾ ਹੈ, ਮਤਲਬ ਕਬਾਇਲੀ ਖੇਤਰਾਂ 'ਚ ਵੱਖ-ਵੱਖ ਥਾਵਾਂ 'ਤੇ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਫੈਸਲੇ ਹੋ ਰਹੇ ਨੇ। ਪੰਚਾਇਤੀ ਰਾਜ ਸਭ ਤੋਂ ਜ਼ਿਆਦਾ ਸਟਰੋਂਗ ਕਰਨਾਟਕਾ ਦਾ ਮੰਨਿਆ ਜਾ ਰਿਹਾ, ਕੇਰਲਾ ਦਾ ਮੰਨਿਆ ਜਾ ਰਿਹਾ। ਇਹਦੇ ਨਾਲ ਕੀ ਜੁੜੀ ਹੋਈ ਗੱਲ ਹੈ ਗ੍ਰਾਮ ਸਭਾ ਨਾਲ? ਗ੍ਰਾਮ ਸਭਾ ਨਾਲ ਅੱਗੇ ਗੱਲ ਇਹ ਹੈ ਪੰਚਾਇਤੀ ਰਾਜ ਸਿਸਟਮ ਫਿਰ ਕਿਵੇਂ ਚੱਲਣਾ ਹੈ। ਪੰਚਾਇਤ ਜਵਾਬ ਦੇ ਗ੍ਰਾਮ ਸਭਾ ਨੂੰ ਹੈ, ਨਾ ਕਿ ਉੱਪਰ ਅਫਸਰ ਨੂੰ, ਹੈ ਨਾ। ਮਤਲਬ ਇਹਦਾ ਇਹ ਅਸਰ ਜਾਂਦਾ ਇੱਕ ਵੀ ਤੁਸੀਂ ਹੇਠਾਂ ਜਵਾਬ ਦੇ ਹੋਣਾ ਜਾਂ ਉੱਪਰ ਜਵਾਬ ਦੇ ਹੋਣਾ। ਜਿਹੜੀ ਚੀਫ ਮਿਨਿਸਟਰ ਨੇ ਪਿਛਲੇ ਦਿਨਾਂ 'ਚ ਗੱਲ ਕਹੀ ਸੀ ਨਾ ਜਦੋਂ ਪਹਿਲੇ ਦਿਨ ਕਿ ਅੱਗੇ ਤੋਂ ਸਰਕਾਰ ਪਿੰਡਾਂ 'ਚੋਂ ਚੱਲਿਆ ਕਰੇਗੀ, ਬਿਲਕੁਲ, ਤੇ ਸਰਕਾਰ ਵਾਰਡਾਂ 'ਚੋਂ ਚੱਲਿਆ ਕਰੇਗੀ। ਹੁਣ ਇੱਕ ਤਾਂ ਸਰਕਾਰ ਪਿੰਡਾਂ 'ਚੋਂ ਚੱਲਣਾ ਹੈ, ਸੰਗਤ ਦਰਸ਼ਨ, ਤੁਹਾਡੇ MLA ਬਹਿ ਜਾ ਕਰਨ ਜਾਂ ਤੁਸੀਂ ਜਾਓ ਜਿਵੇਂ ਬਾਦਲ ਸਾਹਿਬ ਕਰਦੇ ਸੀ। ਮੈਨੂੰ ਲੱਗਦਾ ਉਹਨੇ ਤਾਂ ਪਹਿਲਾਂ ਵੀ ਪ੍ਰਸ਼ਾਸਨ ਦਾ ਭੱਠਾ ਪਹਿਲਾਂ ਸਗੋਂ ਜ਼ਿਆਦਾ ਬਿਠਾਤਾ, ਕਿਉਂਕਿ ਅਫਸਰ ਉੱਥੇ ਬੈਠੇ ਰਹਿੰਦੇ ਨੇ, ਤੁਹਾਡੇ ਨਾਲ ਦਫ਼ਤਰ ਖਾਲੀ ਹੁੰਦੇ ਨੇ ਤੇ ਲੋਕ ਜਿਹੜੇ ਕੰਮਕਾਰਾਂ ਨੂੰ ਜਾਂਦੇ ਨੇ ਤੇ ਉਹ ਵਿਚਾਰੇ ਭਟਕ ਕੇ ਆ ਜਾਂਦੇ ਨੇ। ਇੱਕ ਤਰੀਕਾ ਇਹ ਹੁੰਦਾ ਕਿ ਤੁਸੀਂ ਕਾਨੂੰਨ ਲਾਗੂ ਕਰਾਤਾ ਇਸ ਰੂਪ 'ਚ ਕਿ ਪਿੰਡਾਂ ਦੇ ਫੈਸਲੇ ਗ੍ਰਾਮ ਸਭਾਵਾਂ ਆਪ ਲੈਣਗੀਆਂ। ਆਪੀ ਪਿੰਡਾਂ ਤੋਂ ਸਰਕਾਰ ਚੱਲਣ ਲੱਗ ਗਈ ਤੇ ਆਪੀ ਜੇ ਵਾਰਡ ਸਭਾਵਾਂ ਸ਼ਹਿਰਾਂ ਦੇ ਵਿੱਚ ਆਪਣੇ ਫੈਸਲੇ ਆਪ ਲੈਣਗੇ, ਆਪੀ ਚੱਲਣ ਲੱਗ ਗਈ। ਤੇ ਉਹਦੇ ਨਾਲ ਜੋੜ ਦੋ ਦੂਜੀ ਗੱਲ ਜਿਹੜੀ 73ਵੀਂ ਸੰਵਿਧਾਨਕ ਸੋਧ ਕਹਿੰਦੀ ਹੈ। 73ਵੀਂ ਸੰਵਿਧਾਨਕ ਸੋਧ ਇਹ ਕਹਿੰਦੀ ਹੈ ਕਿ 29 ਡਿਪਾਰਟਮੈਂਟ ਵਿਭਾਗ ਜਿਹੜੇ ਪਿੰਡਾਂ ਦੇ ਵਿਕਾਸ ਨਾਲ ਜੁੜੇ ਹੋਏ ਨੇ, ਸਿੱਖਿਆ, ਸਿਹਤ ਤੋਂ ਲੈ ਕੇ ਵਾਟਰ ਵਰਕ, ਪਾਣੀ ਤੋਂ ਲੈ ਕੇ ਬਾਕੀ ਦੇ ਜਿੰਨੇ ਵੀ ਮੁੱਦੇ ਉਹਦੇ ਨਾਲ ਜੁੜੇ ਹੋਏ ਨੇ, ਔਰ ਇਸੇ ਤਰ੍ਹਾਂ ਉਹਦੇ ਨਾਲ ਜੁੜੇ ਕਰਮਚਾਰੀ ਤੇ ਉਹਦੇ ਨਾਲ ਜੁੜਿਆ ਹੋਇਆ ਪੈਸਾ, ਇਹ ਤਿੰਨੇ ਚੀਜ਼ਾਂ ਤੁਸੀਂ ਪੰਚਾਇਤੀ ਰਾਜ ਸਿਸਟਮ ਨੂੰ ਟਰਾਂਸਫਰ ਕਰਨੀਆਂ ਨੇ। ਕਰਨਾਟਕਾ ਦਾ ਇਹ ਮਾਡਲ ਹੈ ਸਾਡੇ ਸਾਹਮਣੇ, ਜਿੱਥੇ 40% ਬਜਟ ਸੂਬੇ ਦਾ
ਸਿੱਧਾ ਪੰਚਾਇਤੀ ਰਾਜ ਸੰਸਥਾਵਾਂ ਦੇ ਖਾਤੇ ਚਲਾ ਜਾਂਦਾ ਹੈ। ਉੱਥੇ ਡੀਸੀ ਲੱਗਣ ਲਈ ਨਹੀਂ ਤਿਆਰ ਹੁੰਦਾ ਛੇਤੀ ਕੋਈ, ਉਹ ਜ਼ਿਲ੍ਹਾ ਪ੍ਰੀਸ਼ਦ ਦਾ ਸੀਈਓ ਲੱਗਣ ਲਈ ਤਿਆਰ ਹੁੰਦਾ ਹੈ, ਕਿਉਂਕਿ ਸਾਡਾ ਖੇਡ ਤਾਂ ਪੈਸੇ ਨਾਲ ਹੈ ਨਾ, ਜਿੱਧਰ ਕੋਈ ਪੈਸਾ ਜਾਂਦਾ ਆਪਾਂ ਉਧਰ ਚਲੇ ਜਾਂਦੇ ਆ। ਤੇ ਜੇ ਤਾਂ ਇਹ ਇੰਨੀ ਸਟੈਪ ਚੱਕ ਲੈਣ, ਇਹ ਉਹ ਗੱਲਾਂ ਨੇ ਜੀ ਤੇ 1 ਰੁਪਈਆ ਵੀ ਖਜ਼ਾਨੇ ਚੋਂ ਨਹੀਂ ਲੱਗਦਾ। ਬਿਲਕੁਲ ਸਾਰਾ ਪ੍ਰਸ਼ਾਸਨਿਕ ਸੁਧਾਰ ਨੇ ਇਹ। ਮਤਲਬ ਜੇ ਗਵਰਨਮੈਂਟ ਚਾਹੇ ਕਿ ਅਸੀਂ ਐਡਮਿਨਿਸਟ੍ਰੇਸ਼ਨ ਤਾਂ ਸੁਧਾਰ ਕਰਨੇ ਨੇ, ਲੋਕਾਂ ਦੇ ਰਾਹੀਂ ਸਰਕਾਰ ਚਲਾਉਣੀ ਹੈ, ਲੋਕਾਂ ਨੂੰ ਤਾਕਤ ਦੇਣੀ ਹੈ, ਕਰਪਸ਼ਨ ਉੱਪਰਲਾ ਡੰਡਾ ਨਹੀਂ ਠੀਕ ਕਰਦਾ, ਕਰਪਸ਼ਨ ਹੇਠਲੀ ਜਵਾਬਦੇਹੀ ਠੀਕ ਕਰਦੀ ਹੈ। ਜਦੋਂ ਪੂਰੇ ਲੋਕ ਬੈਠ ਕੇ ਪੁੱਛਦੇ ਨੇ, ਪਿੰਡ ਦੇ ਇਕੱਠ ਦੇ ਵਿੱਚ ਹੁਣੇ ਨਾਰਮਲ ਗੱਲ ਹੋ ਜਾਂਦੀ ਆ, ਉਹ ਕਹਿੰਦੇ ਨੇ ਵੀ ਭਾਈ ਸਾਹਿਬ ਤੂੰ ਕਿੱਧਰ ਫਿਰਦਾ ਆਟਾ ਦਾਲ ਲੈਣ ਨੂੰ, ਤੂੰ ਕਾਰ 'ਚ ਆ ਗਿਆ ਹੈ ਨਾ। ਪਿੰਡ 'ਚ ਖੜ ਕੇ ਬੰਦੇ ਦੀ ਨਮੋਸੀ ਹੁੰਦੀ ਹੈ, ਤੇ ਬਾਹਰੋਂ ਕਿਹਨੇ ਚੈੱਕ ਕਰਨ ਜਾਣਾ, ਕਦ ਜਾਣਾ, ਜਿਹੜੇ ਬਾਕੀ ਦੇ ਗੱਲਾਂ ਨੇ। ਆਪਣੇ ਕੁਲਦੀਪ ਸਿੰਘ ਧਾਲੀਵਾਲ ਹੋਣਾ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਬੁਲਾ ਰਹੇ ਨੇ, ਇਹ 26 ਜੂਨ ਦੀ ਇਸ ਐਕਟ ਦੇ ਨਾਲ ਕੁਝ ਰੈਲੇਵੈਂਸੀ ਆ? ਤੇ ਪਤਾ ਨਹੀਂ ਉਹਨਾਂ ਨੇ ਕੀ ਸੋਚ ਕੇ 26 ਜੂਨ ਰੱਖਿਆ ਹੋਣਾ ਤੇ ਜੂਨ ਦੇ ਵਿੱਚ ਉਦੋਂ 25 ਜੂਨ ਨੂੰ ਐਮਰਜੈਂਸੀ ਤਾਂ ਦੇਸ਼ 'ਚ ਲੱਗੀ ਸੀ, ਸ਼ਾਇਦ ਉਹਦੇ ਨਾਲ ਜੋੜ ਕੇ ਕੋਈ ਰੱਖ ਲਿਆ ਹੋਵੇ ਸਿਸਟਮ ਵੀ ਆਪਾਂ ਅਗਲੇ ਦਿਨ ਡੈਮੋਕ੍ਰੇਸੀ ਦਾ ਕੋਈ ਗੱਲ ਕਰਨਾ। ਪਰ ਮੈਨੂੰ ਇਹ ਲੱਗਦਾ ਕਿਉਂਕਿ 24 ਅਪ੍ਰੈਲ 1993 ਪੰਚਾਇਤ ਦਿਵਸ ਹੈ, ਉਦੋਂ ਪੰਚਾਇਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ, ਜਿਹੜਾ ਵਧੀਆ ਕੰਮ ਕਰਨ ਵਾਲੀਆਂ ਨੇ, ਗ੍ਰਾਮ ਸਭਾਵਾਂ ਨੂੰ ਲਈ ਵੀ ਪਿੰਡਾਂ ਨੂੰ ਸਨਮਾਨਿਤ ਕੀਤਾ ਜਾਂਦਾ, ਬਲਾਕ ਸੰਮਤੀ ਜਿਹੜੀ ਵਧੀਆ ਚੱਲਦੀ ਹੈ, ਜ਼ਿਲ੍ਹਾ ਪ੍ਰੀਸ਼ਦ, ਉਦੋਂ ਵੀ ਫੰਕਸ਼ਨ ਹੁੰਦੇ ਨੇ ਇੱਕ ਲੈਵਲ 'ਤੇ, ਪੂਰਾ ਦੇਸ਼ 'ਚ ਵੀ ਹੁੰਦਾ ਤੇ ਸਾਡੇ ਵੀ ਹੁੰਦੇ ਨੇ, ਤਾਂ ਕਿ ਉਹਦੇ 'ਚ ਇਹ ਦੇਖਿਆ ਜਾਂਦਾ, ਰਿਵਿਊ ਵੀ ਕੀਤਾ ਜਾਂਦਾ। ਰਿਵਿਊ ਇਹ ਹੈ ਵੀ ਆਪਾਂ ਉਦੋਂ ਤੋਂ ਚੱਲੇ ਸੀ 94 ਤੋਂ ਬਾਅਦ ਹੁਣ ਕਿੰਨਾ ਕੁ ਤਾਕਤਾਂ ਅਸੀਂ ਟਰਾਂਸਫਰ ਕੀਤੀਆਂ ਨੇ, ਕਿੰਨੇ ਕੁ ਵਧੀਆ ਤਰੀਕੇ ਨਾਲ ਸਾਡਾ ਕੰਮ ਚੱਲਦਾ ਹੈ। ਔਰ ਇਹ ਵੀ ਦੇਖਣ ਵਾਲਾ ਇਹਨਾਂ 'ਚ ਸਾਰੇ, ਜਿਵੇਂ ਕੇਂਦਰ ਸਰਕਾਰ ਨੇ ਵੀ ਇਹਦਾ ਰਿਵਿਊ ਕਰਾਇਆ ਸੀ ਕਿ ਉਸ ਸੋਧ ਦੇ ਨਾਲ 2 ਗੱਲਾਂ ਹੋਰ ਨਵੀਆਂ ਵਾਪਰੀਆਂ ਸੀ ਜੀ। ਇੱਕ ਗੱਲ ਇਹ ਵਾਪਰੀ ਸੀ ਕਿ 50% ਔਰਤਾਂ ਸਰਪੰਚ ਬਣਨਗੀਆਂ, ਪੰਚ ਬਣਨਗੀਆਂ। ਕੀ ਇੰਨੇ ਸਾਲਾਂ ਦੇ ਵਿੱਚ ਕੋਈ ਅਸੀਂ ਤਬਦੀਲੀ ਕਰ ਪਾਏ ਆ ਵੀ ਕਿੰਨੀਆਂ ਕੁ ਔਰਤਾਂ ਸਰਪੰਚ ਬਣ ਤਾਂ ਗਈਆਂ ਰਿਜ਼ਰਵੇਸ਼ਨ ਦੇ ਤੌਰ ਤੇ, ਕਿੰਨੇ ਕੁ ਔਰਤਾਂ ਆਪਣੇ ਆਪ ਸਰਪੰਚੀ ਕਰਨ ਦੇ ਯੋਗ ਅਸੀਂ ਬਣਾ ਸਕੇ ਹਾਂ, ਜਾਂ ਮਾਹੌਲ ਉਹਨਾਂ ਲਈ ਦੇ ਸਕੇ ਹਾਂ ਕਿ ਉਹ ਆਪਣੇ ਆਪ ਸਰਪੰਚੀ ਕਰਦੇ ਨੇ। ਇਸੇ ਤਰ੍ਹਾਂ ਕਿੰਨੇ ਕੁ ਦਲਤਾਂ ਦੇ ਵਿੱਚੋਂ ਸਰਪੰਚੀ ਆਪ ਕਰਦੇ ਨੇ। ਔਰ ਮਨੀ ਸ਼ੰਕਰ ਅਈਅਰ ਦੀ ਰਿਪੋਰਟ 'ਚ ਤਾਂ ਇਹ ਲਿਖਿਆ ਸੀ ਕਿ ਪੰਜਾਬ 'ਚ ਤੇ ਹੋਰ ਕਈ ਸਟੇਟਾਂ 'ਚ ਤਾਂ ਸਰਪੰਚ ਪਤੀ ਰਾਜ ਹੈ, ਮਤਲਬ ਬਣ ਤਾਂ ਸਰਪੰਚਣੀ ਜਾਂਦੀ ਹੈ ਪਰ ਉਹਦੀ ਜਗ੍ਹਾ ਉਹਦਾ ਪਤੀ ਹੀ ਸਰਪੰਚ। ਰਬੜ ਦੀਆਂ ਸਟੈਂਪ ਮੋਰਾਂ ਹੀ ਰਿਜ਼ਰਵੇਸ਼ਨ ਆ ਗਿਆ, ਚਾਹੇ ਉਹ ਰਿਜ਼ਰਵ ਚਾਹੇ ਉਹ ਲੇਡੀ ਵਾਸਤੇ। ਬਿਲਕੁਲ, ਉਹਦੇ ਲਈ ਇਹ ਹੁੰਦਾ ਨਾ ਕਿ ਤੁਹਾਨੂੰ ਉਹਨੂੰ ਤਿਆਰ ਕਰਨਾ ਪੈਂਦਾ, ਉਹਨੂੰ ਸਿਖਲਾਈ ਵੀ ਦੇਣੀ ਪੈਂਦੀ ਹੈ, ਤੇ ਮਾਹੌਲ ਵੀ ਇਹੋ ਜਿਹਾ ਦਫ਼ਤਰਾਂ 'ਚ ਵੀ ਇੱਧਰ ਉੱਧਰ ਇਹੋ ਜਿਹਾ। ਮੈਨੂੰ ਇਹ ਲੱਗਦਾ ਕਿ ਜੇ ਔਰਤਾਂ 50% ਤੁਸੀਂ ਉਹਨਾਂ ਨੂੰ ਆਪ ਸਰਪੰਚੀ ਕਰਨ ਲਾ ਦਿਓ, ਉਹਦੇ ਲਈ ਮਾਹੌਲ, ਅੱਧੀ ਕਰਪਸ਼ਨ ਤਾਂ ਉਹ 'ਚ ਖਤਮ ਹੋ ਜੂਗੀ। ਘੱਟੋ ਘੱਟ ਔਰਤ ਜਾਮ ਨਹੀਂ ਖੜਕਾਉਂਦੀ ਨਾ ਵੀਡੀਓ ਨਾਲ ਬੈਠ ਕੇ ਸ਼ਾਮ ਨੂੰ, ਜਿਹਦੇ ਨਾਲ ਵੀ ਇੰਨਾ ਤੈਨੂੰ, ਔਰ ਬੜਾ ਸੀਰੀਅਸ ਮਾਹੌਲ ਬਣ ਜਾਂਦਾ ਜਦੋਂ ਸਾਹਮਣੇ ਬੈਠਦੇ ਹੋ। ਪੰਚਾਇਤ 'ਚ ਵੀ ਗ੍ਰਾਮ ਸਭਾ ਵੀ ਹੋਣ ਲੱਗ ਜੂ, ਗਾਲੀ ਗਲੋਚ ਘੱਟੋ ਘੱਟ ਬੰਦ ਹੋ ਜਾਂਦਾ ਕਿੰਨੀਆਂ ਚੀਜ਼ਾਂ ਦੇ ਵਿੱਚ। ਉਹ ਚੀਜ਼ਾਂ ਵੱਲ ਵੀ ਸੁਧਰਨ ਦੀ ਜਿਹੜੀ ਲੋੜ ਆ। ਔਰ ਪਿੰਡਾਂ 'ਚ ਕੰਮ ਬਹੁਤ ਥਰੂ ਗ੍ਰਾਮ ਸਭਾ ਮਿਲ ਸਕਦਾ, ਜਿਹੜਾ ਮਨਰੇਗਾ ਦਾ ਕੰਮ ਹੈ, ਟੋਟਲ 100 ਦਿਨ ਦਾ ਕੰਮ ਦੇਣਾ ਹੈ ਗਰੀਬ ਬੰਦਿਆਂ ਨੂੰ ਉਹਦੇ 'ਚ, ਤੇ 5 ਏਕੜ ਵਾਲੇ ਕਿਸਾਨ ਨੂੰ ਵੀ ਦੇਣਾ। ਜੇ ਗ੍ਰਾਮ ਸਭਾ ਪ੍ਰੋਪਰ ਹੋਣ ਲੱਗ ਜੇ ਤਾਂ ਗ੍ਰਾਮ ਸਭਾ ਪ੍ਰੋਜੈਕਟ ਦੇਖ ਲੂਗੀ। ਉਹ ਪ੍ਰੋਜੈਕਟਾਂ ਦਾ ਮਤਲਬ ਹੈ, ਹੁਣ ਕਹਿੰਦੇ ਨੇ ਜੀ ਗੰਦਾ ਟੋਬਾ ਕਢਾ ਲਓ, ਫਲਾਨਾ ਕਢਾ ਲਓ, ਉਹਦੇ ਵਿੱਚ ਹੋਰ ਟਾਈਪ ਦੀ ਗੱਲ ਹੈ। ਟੋਬਾ ਕਢਾਉਣਾ ਇਕੱਲਾ ਥੋੜ੍ਹੀ ਹੈ, ਤੁਸੀਂ ਬੂਟੇ ਲਾਓ ਜਿੰਨੇ ਮਰਜ਼ੀ ਖਾਲੀ ਥਾਵਾਂ 'ਤੇ ਪਿੰਡਾਂ ਦੇ ਵਿੱਚ, ਆਪਣੀ ਜ਼ਮੀਨ 'ਤੇ ਵੀ 5 ਏਕੜ ਤੱਕ ਬੂਟੇ ਲਾਓ, ਤੇ ਬੂਟੇ ਲਾ ਕੇ ਅੱਧੇ ਫਲਦਾਰ ਲਾਓ, ਅੱਧੇ ਦੂਜੇ ਲਾਓ, ਨਾਲੇ ਵਾਤਾਵਰਨ ਸ਼ੁੱਧ ਕਰੋ, ਨਾਲੇ ਸਿਹਤ ਠੀਕ ਕਰੋ, ਤੇ ਨਾਲੇ ਰੁਜ਼ਗਾਰ ਪੈਦਾ ਕਰੋ। ਉਹਦੇ ਵਿੱਚ 60% ਪੈਸਾ ਉੱਧਰ ਖਰਚ ਹੋਣਾ, ਨਾਲੇ ਪੁੰਨ ਨਾਲੇ ਫਣੀਆਂ। ਮਤਲਬ ਇਹ ਬਹੁਤ ਜ਼ਿਆਦਾ ਫਾਇਦੇਮੰਦ ਚੀਜ਼ ਹੋਏਗੀ ਜੇਕਰ ਇਸ ਲੈਵਲ 'ਤੇ ਗ੍ਰਾਮ ਸਭਾਵਾਂ ਹੋਣ ਲੱਗ ਜਾਣ। ਔਰ ਮੈਨੂੰ ਇਹ ਲੱਗਦਾ ਕਿ ਇਕੱਲਾ ਇੱਕ 26 ਜੂਨ ਦਾ ਕੁਐਸਚਨ ਨਹੀਂ ਹੈ, ਬਾਕੀ ਤਾਂ ਮਿਨਿਸਟਰ ਜਦ ਮਰਜ਼ੀ ਚਾਹੇ, ਇੱਕ ਤਾਂ ਉਹਨਾਂ ਨੂੰ ਟ੍ਰੇਨਿੰਗ ਕੈਂਪ ਦੇ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਪ੍ਰਚਾਰ ਦੇ ਲਈ ਵੀ ਕੋਈ ਬੰਦੋਬਸਤ ਕਰਨਾ ਚਾਹੀਦਾ ਕਿ ਗ੍ਰਾਮ ਸਭਾ ਬਾਰੇ ਦੱਸੋ, ਜਾਂ ਉਹਨਾਂ ਦੇ ਅਧਿਕਾਰਾਂ ਬਾਰੇ ਦੱਸੋ, ਜਾਂ ਪੰਚਾਇਤੀ ਰਾਜ ਸਿਸਟਮ ਦੇ ਬਾਰੇ ਦੱਸੋ। ਦੂਜਾ, ਉਹਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਕਿ ਗ੍ਰਾਮ ਸਭਾ ਰੂਟੀਨ 'ਚ ਹੀ ਕਰੋ, ਸਪੈਸ਼ਲ ਅਜਲਾਸਾਂ ਦੇ ਤੌਰ ਤੇ ਹੀ ਕਰੋ, ਜੂਨ ਤੇ ਦਸੰਬਰ 'ਚ ਤਾਂ ਕਰੋ ਹੀ ਕਰੋ। ਰੂਟੀਨ ਵਾਲੀ ਮਸਲਾ ਹੈਗਾ ਕਿ ਇਹਨਾਂ ਰੂਰਲ ਡਿਵੈਲਪਮੈਂਟ ਵਿਭਾਗ ਕੋਲ ਨਫਰੀ ਹੈਗੀ, ਸਟਾਫ ਹੈਗਾ, ਪੰਚਾਇਤ ਸੈਕਟਰੀ ਜਾਂ ਜਿਹੜੇ ਗ੍ਰਾਮ ਸੇਵਕ ਹੁੰਦੇ ਨੇ ਜਿਨ੍ਹਾਂ ਜਾ ਕੇ ਪਿੰਡਾਂ ਜਾ ਕੇ ਕੰਮ ਕਰਨੇ, ਉਹ ਇੰਨੀ ਸਾਡੇ ਕੋਲ ਨਫਰੀ ਹੈਗੀ ਆ ਕਿ ਜਾਂ ਸਰਕਾਰ ਨੇ ਇਹ ਤਾਂ ਐਲਾਨ ਕਰ ਦਿੱਤਾ ਹੈਗਾ ਪਰ ਉਹ ਜਿਹੜਾ ਇਨਫਰਾਸਟ੍ਰਕਚਰ ਵੱਲ ਉਧਰ ਧਿਆਨ ਨਹੀਂ ਦਿੱਤਾ ਹੈਗਾ। ਹਾਂ, ਉਹਨੇ ਸੈਕਟਰੀ ਮੈਨੂੰ ਨਹੀਂ ਲੱਗਦਾ ਹੈਗੇ ਨੇ, ਕਿਉਂਕਿ 6-6 7-7 ਪਿੰਡਾਂ ਦਾ ਇੱਕ ਸੈਕਟਰੀ ਹੈ, ਜਿਵੇਂ ਪਟਵਾਰੀ ਨੇ। ਮਤਲਬ ਇੱਕ ਤਾਂ ਇਹ ਜ਼ਰੂਰ ਹੈ, ਜੇ ਇਹਨੂੰ ਠੀਕ ਤਰੀਕੇ ਨਾਲ ਲਾਗੂ ਕਰਨਾ, ਛੋਟੇ ਪਿੰਡਾਂ 2 ਦੇ ਦਿਓ, 1 ਨੂੰ 3 ਦੇ ਦਿਓ ਵੱਧ ਤੋਂ ਵੱਧ, ਵੱਡੇ ਪਿੰਡਾਂ 'ਚ ਤਾਂ ਇੱਕੋ ਹੀ ਚਾਹੀਦਾ ਹਮੇਸ਼ਾ ਹੀ। ਮਤਲਬ ਉਨੇ ਕੁ ਮੁਲਾਜ਼ਮ ਚਾਹੀਦੇ ਨੇ ਜ਼ਰੂਰ, ਜਿਹੜੇ ਜੇ ਬੈਟਰ ਤਰੀਕੇ ਨਾਲ ਕਰਨਾ। ਸਾਡੇ ਪੰਚਾਇਤਾਂ ਤੇ ਕੇਰਲਾ 'ਚ ਫਰਕ ਹੈ। ਮਤਲਬ ਕੇਰਲਾ ਦੇ ਵਿੱਚ ਨਾ ਆਬਾਦੀ ਲਗਭਗ ਸਾਡੇ ਜਿੰਨੀ ਹੈ, ਪੰਚਾਇਤ ਸਾਰੀ 900 ਹੈ,
ਸਾਡੇ 13,329 ਹੈ। ਕਾਰਨ ਕੀ ਹੈ? ਸਾਡੇ ਪੋਲੀਟੀਕਲੀ ਉਹ ਕਹਿੰਦਾ ਮੇਰਾ ਸਰਪੰਚ ਨਹੀਂ ਚੁਣਿਆ ਜਾਂਦਾ, ਮੈਂ ਇੱਕ ਹੋਰ ਬਣਾਤੀ, ਮੇਰਾ ਨਹੀਂ ਚੁਣਿਆ ਜਾਂਦਾ। ਉਹਦੇ ਨਾਲ ਫਿਰ ਕੀ ਹੁੰਦਾ, ਜਦੋਂ ਵੱਡੀਆਂ ਪੰਚਾਇਤਾਂ ਨੇ 10-10 ਪਿੰਡਾਂ ਦੀਆਂ ਪੰਚਾਇਤਾਂ ਨੇ, ਉਹ ਇੱਕ ਦਫ਼ਤਰ ਬਣਿਆ ਹੋਇਆ, ਉੱਥੇ ਉਹਨੇ ਸੈਕਟਰੀ ਵੀ ਬੈਠੇ ਨੇ, ਉੱਥੇ ਉਹਨੇ ਕਲਰਕ ਵੀ ਬੈਠੇ ਨੇ, ਉੱਥੇ ਸਰਪੰਚ ਵੀ ਜਾ ਕੇ ਆਪਣੇ ਕਮਰਿਆਂ 'ਚ ਬੈਠਦੇ ਨੇ। ਜੇ ਉਹ ਨਹੀਂ ਤਾਂ ਸਾਡੇ ਕਲਸਟਰ ਬਣਾ ਲਓ। ਚਲੋ ਜੇ ਅਜੇ ਹੁਣ ਐਂ ਤਾਂ ਔਖਾ ਕੰਮ ਹੈ, ਤੁਸੀਂ ਸਰਪੰਚੀ ਤਾਂ ਤੋੜ ਕੇ ਅਜੇ ਨਹੀਂ ਕਰ ਸਕਦੇ, ਤੁਸੀਂ 10-10 ਪਿੰਡਾਂ ਦਾ ਕਲਸਟਰ ਬਣਾ ਦਿਓ, ਉੱਥੇ ਸਾਂਝੇ ਪੰਚਾਇਤ ਘਰ ਬਣਾ ਦਿਓ, ਜਿਹਦੇ ਵਿੱਚੋਂ ਜਾ ਕੇ ਪੰਚਾਇਤ ਸੈਕਟਰੀ ਬੈਠਣ। ਸਭ ਦਾ ਕੰਮ ਵੀ ਇਕੱਠਾ ਹੋ ਸਕਦਾ ਨਾ, ਜੇ 4-4 ਪਿੰਡਾਂ ਦਾ ਵੀ ਕਰਨਾ ਹੈ ਤਾਂ ਉਹ ਇੱਕ ਜਗ੍ਹਾ ਬੈਠੂਗਾ, ਦਫ਼ਤਰ ਬੈਠੂਗਾ। ਹੁਣ ਤਾਂ ਝੋਲਾ ਲਟਕਾ ਕੇ ਦੂਜੇ ਪਿੰਡ ਜਾਂਦਾ, ਝੋਲਾ ਲਟਕਾ ਕੇ ਤੀਜੇ ਪਿੰਡ ਜਾਂਦਾ। ਉੱਥੇ ਉਸ ਲੈਵਲ ਦੇ ਲੋੜੀਂਦੇ ਕੰਮ ਉਹਦੇ ਨਾਲ ਜੁੜਿਆ ਹੋਇਆ ਹੈ। ਪਟਵਾਰੀ ਵੀ ਉਸੇ 'ਚ ਬੈਠੇ, ਉਸੇ ਨਾਲ ਜੁੜੇ ਹੋਏ, ਜਿਹੜਾ ਵਾਟਰ ਵਰਕਸ ਵਾਲਾ ਕੋਈ ਆਉਂਦਾ ਬੰਦਾ ਉਹ ਵੀ ਉੱਥੇ ਹੀ ਬੈਠੇ, ਇੱਕ ਦਫ਼ਤਰ ਬਣ ਜਾਏਗਾ ਟੋਟਲੀ। ਔਰ ਉਹ 10-10 ਪਿੰਡਾਂ ਦਾ ਇੱਕ ਬਹੁਤ ਦੂਰ ਵੀ ਨਹੀਂ ਆ ਆਪਣੇ ਪਿੰਡ, 10-10 ਪਿੰਡ ਨੇੜੇ ਨੇੜੇ, ਮਤਲਬ 5-5 7-7 ਕਿਲੋਮੀਟਰ 'ਚ ਹੀ ਆ ਜਾਣਗੇ ਸਾਰੇ ਦੇ ਪਿੰਡ। ਉਸ ਤਰੀਕੇ ਦੇ ਨਾਲ ਇਹ ਚੀਜ਼ਾਂ ਇੰਪਰੂਵ ਹੋ ਸਕਦੀਆਂ ਨੇ, ਲੋਕਾਂ ਨੂੰ ਸੌਖਾ ਹੋ ਸਕਦਾ ਤੇ ਕੰਮ ਸਮੂਹਿਕ ਹੋ ਸਕਦੇ ਨੇ ਜਦੋਂ ਇਕੱਠੇ। ਹੋਰ ਪਿੱਛੇ ਜੇ ਕੇਰਲਾ ਦੀ ਹੀ ਬੜੀ ਜਾਂ ਕਰਨਾਟਕਾ ਦੀ ਇੱਕ ਵੀਡੀਓ ਵਾਇਰਲ ਹੋਈ ਕਿ ਉਹ ਪੁਲਿਸਾਂ ਦੀ ਹੈਗੀ, ਸਰਪੰਚ ਹੀ ਭਜਾਉਂਦਾ ਕਿ ਨਹੀਂ ਸਾਡੇ ਪਿੰਡ 'ਚ ਪੁੱਛਾਂ ਬਗੈਰ ਨਹੀਂ ਵੜਨਾ ਹੈਗਾ। ਇਹ ਕੋਈ ਐਕਟ ਦੇ ਵਿੱਚ ਇਦਾਂ ਦਾ ਕੋਈ ਹੈਗਾ ਜੀ? ਨਹੀਂ, ਬਿਲਕੁਲ ਉਹ ਪਹਿਲਾਂ ਪੰਚਾਇਤ ਨੂੰ ਪੁੱਛਣਾ ਪਊ। ਜਿਹੜੀ ਨਿਆਂ ਪੰਚਾਇਤਾਂ ਬਣੀਆਂ ਨੇ, ਇੱਕ ਐਕਟ ਉਹਦੇ ਵਿੱਚ ਬਣਿਆ। ਨਿਆਂ ਪੰਚਾਇਤਾਂ ਦਾ ਮਤਲਬ ਆ ਜਿਹੜੇ 57 ਤੱਕ ਦੇ ਕੇਸ ਨੇ ਟੋਟਲੇ ਪੰਚਾਇਤਾਂ ਹੀ ਆਪਣੇ ਆਪੇ ਸੁਣ ਸਕਦੀਆਂ ਨੇ, ਆਪਣੇ ਆਪੇ ਉਹ ਕਰ ਸਕਦੀਆਂ ਨੇ। ਥਾਣੇਦਾਰ ਪੰਚਾਇਤ ਨਾਲ ਡਾਇਰੈਕਟ ਡੀਲ ਨਹੀਂ ਕਰਦਾ, ਥਰੂ ਮੈਜਿਸਟ੍ਰੇਟ ਕਰਦਾ। ਜੇ ਸਰਪੰਚ ਲਿਖ ਕੇ ਦੇ ਦਿੰਦਾ ਐਸਡੀਐਮ ਨੂੰ ਜਾਂ ਮੈਜਿਸਟ੍ਰੇਟ ਨੂੰ, ਉਹ ਥਾਣੇ ਨੂੰ ਚਿੱਠੀ ਕੱਢਦਾ ਵੀ ਤੂੰ ਆਹ ਕੰਮ ਕਿਉਂ ਨਹੀਂ ਕਰਦਾ, ਇਹਨਾਂ ਦਾ ਆਏ ਹੈ। ਔਰ ਉਹਦੇ ਨਾਲ ਇੱਕ ਤਾਕਤਵਰ ਪੰਚਾਇਤਾਂ ਆਉਂਦੀਆਂ ਨੇ ਸਾਹਮਣੇ, ਮਤਲਬ ਉਸ ਰੂਪ ਦੇ ਵਿੱਚ। ਸਾਡੇ ਜੇ ਮੁੱਢਲੀ ਸਟੇਜ ਆ ਉਹ ਗੱਲਾਂ ਆਪਾਂ ਤਾਂ ਉੱਥੇ ਤੱਕ ਨਹੀਂ, ਪਹਿਲਾਂ ਹਜੇ ਥੋੜੀਆਂ ਤਾਂ ਕਰਨ ਲੱਗਣ ਨਾ, ਉਸ ਤੋਂ ਬਾਅਦ ਅਗਲੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਔਰ ਫਿਰ ਪੰਚਾਇਤੀ ਫੰਡਾਂ ਦੇ ਵਿੱਚੋਂ ਇਹ ਹੈ, ਜੇ ਤੁਸੀਂ ਗਵਾਹੀ ਲਈ ਕੋਈ ਬੰਦਾ ਬਣਾਉਣਾ ਹੈ, ਜੇ ਕੋਈ ਜੁਰਮਾਨਾ ਕਰਨਾ ਹੈ, ਉਹਦੇ ਲਈ ਰਜਿਸਟਰ ਅਲੱਗ-ਅਲੱਗ ਲੱਗੇ ਹੋਏ ਨੇ, ਗਵਾਹ ਭੁਗਤਾ ਸਕਦੇ ਹੋ, ਤੁਸੀਂ ਰਿਪੋਰਟ ਦਰਜ ਕਰ ਸਕਦੇ ਹੋ। ਉਹ ਥਾਣੇ ਜਾਣਾ ਸਰਪੰਚ ਲਈ ਜ਼ਰੂਰੀ ਨਹੀਂ, ਉਹ ਕਹੇ ਕਿ ਮੈਂ ਇਹਨਾਂ ਦੀ ਸਹਿਮਤੀ ਕਰਾਉਣ ਦੀ ਕੋਸ਼ਿਸ਼ ਕੀਤੀ, ਫਲਾਨਾ ਬੰਦਾ ਦੋਸ਼ੀ ਹੈ ਮੇਰੀ ਨਜ਼ਰ 'ਚ, ਤੇ ਇਹ ਬੰਦੇ ਨਹੀਂ ਗਏ, ਤੇ ਜਾ ਕੇ ਇਹਨਾਂ ਖਿਲਾਫ ਜਿਹੜੀ ਕਾਰਵਾਈ ਪੁਲਿਸ ਕਰੂਗੀ ਤੇ ਪੁਲਿਸ ਨੂੰ ਕਰਨੀ ਚਾਹੀਦੀ ਹੈ। ਮਤਲਬ ਕਾਗਜ਼ੀ ਪੱਤਰੀ ਜੇ ਸਟਰੋਂਗ ਹੋਵੇ, ਜੇ ਬੈਠ ਕੇ ਇਸ ਢੰਗ ਨਾਲ ਦਫ਼ਤਰੀ ਕੰਮ ਕਰਨ ਲੱਗ ਜਾਣ ਤਾਂ ਪੰਚਾਇਤਾਂ ਆਉਣ ਵਾਲੇ ਦਿਨਾਂ 'ਚ ਬਹੁਤ ਸਟਰੋਂਗ ਹੋ ਸਕਦੀਆਂ ਨੇ। ਅੱਧੇ ਮੁਕੱਦਮੇ ਘਟ ਜਾਣਗੇ ਕਚਹਿਰੀਆਂ 'ਚ ਤੇ ਆਲੇ ਦੁਆਲੇ ਜਾਣ ਦੇ ਵਿੱਚ। ਜਿਹੜਾ ਨਿਆਂ ਪੰਚਾਇਤਾਂ ਇਹ ਕਿਸੇ ਸਟੇਟ 'ਚ ਕਾਫੀ ਕਾਮਯਾਬ ਹੋਈਆਂ, ਕਾਫੀ ਨੇ ਬਹੁਤ। ਜਿਵੇਂ ਇੱਧਰ ਤਾਂ ਨਾ ਸਾਊਥ ਦੇ ਵਿੱਚ ਤਾਂ ਕਾਫੀ ਸਟੇਟਾਂ ਦੇ ਵਿੱਚ ਪਹਿਲਾਂ ਤੋਂ ਇੱਕ ਰਿਵਾਜ ਹੈ, ਵੈਸੇ ਇੱਕ ਉਹਨਾਂ ਨੇ ਰਿਵਾਜ ਪਾ ਲਿਆ ਵੀ ਆਪਾਂ ਸਾਰੇ ਫੈਸਲੇ ਪਿੰਡਾਂ 'ਚ ਕਰਨੇ। ਆਪਣੇ ਵੀ ਪੁਰਾਣਾ ਕਲਚਰ ਸੀ ਇਹ ਤਾਂ ਹੁਣ ਜਦੋਂ ਆਪਾਂ 30 ਸਾਲ ਤੋਂ ਦੇਖਦੇ ਹਾਂ ਜ਼ਿਆਦਾ ਵਿਗੜਿਆ। ਅੱਗੇ ਸਿਆਣੇ ਬੰਦੇ ਨਾ, ਉਦੋਂ ਹਾਲਾਂਕਿ ਪੰਚਾਇਤਾਂ ਨੂੰ ਇੰਨੇ ਹੱਕ ਨਹੀਂ ਸੀ ਜਿਹੜੇ 73ਵੀਂ ਸੋਧ ਨਾਲ ਮਿਲੇ ਨੇ, ਪਰ ਉਦੋਂ ਫਿਰ ਵੀ ਬੰਦਾ ਜਿਹੜਾ ਵੱਟ ਦਾ ਰੌਲਾ ਸੀ, 4 ਸਿਆਣੇ ਬੰਦੇ ਜਾਂਦੇ ਸੀ, ਉਹਦੀ ਵੱਟ ਉੱਥੇ ਠੀਕ ਕਰਾਏ ਆਉਂਦੇ ਸੀ। ਜਾਂ ਕਿਸੇ ਨੂੰ ਦਰਵਾਜ਼ੇ ਸੱਦ ਲਿਆ, ਦਰਵਾਜ਼ੇ ਸੱਦ ਕੇ ਉਹਦੇ 4 ਸਿੱਤਰ ਮਾਰੇ ਸਿਆਣੇ ਬੰਦੇ, ਤੂੰ ਕੀ ਕਰ ਰਿਹਾ, ਇਹ ਨਹੀਂ ਆ ਪੰਚਾਇਤ ਹੈ। ਮਤਲਬ ਐਵੇਂ ਮਾਮਲੇ ਆਪਸਦਾਰੀ ਚੱਲ, ਕਿਉਂਕਿ ਉਹਦੇ 'ਚ ਕਿਸੇ ਦਾ ਸਵਾਰਥ ਨਹੀਂ, ਉਹ ਬੰਦੇ ਇਸ ਲਈ ਹੱਲ ਕਰਦੇ ਸੀ। ਹੁਣ ਤਾਂ ਪੰਚਾਇਤਾਂ ਨੂੰ ਹੱਕ ਨੇ। ਇਸ 73ਵੀਂ ਸੰਵਿਧਾਨਕ ਸੋਧ ਤੋਂ ਬਾਅਦ ਇਹ ਰਾਜ ਦਾ ਹਿੱਸਾ ਹੋ ਗਈਆਂ ਨੇ, ਪੰਚਾਇਤੀ ਰਾਜ ਇੰਸਟੀਟਿਊਸ਼ਨ ਬਣ ਗਈ। ਇਦੋਂ ਪਹਿਲਾਂ ਇਹ ਸੇਵਾ ਸਮਿਤੀ ਵਾਲੀਆਂ ਚੀਜ਼ਾਂ ਸੀ ਗੱਲੀਆਂ, ਹੁਣ ਅਧਿਕਾਰ ਪ੍ਰਾਪਤ ਨੇ। ਅਧਿਕਾਰ ਪ੍ਰਾਪਤ ਲਈ ਇਹ ਜ਼ਰੂਰੀ ਹੈ ਕਿ ਸਰਪੰਚਾਂ ਪੰਚਾਂ ਲੋਕਾਂ ਨੂੰ ਟ੍ਰੇਨਡ ਵੀ ਕੀਤਾ ਜਾਵੇ ਵੀ ਆਹ ਕਾਨੂੰਨ ਹੈ, ਉਹਦੇ 'ਚ ਤੇਰੇ ਆਹ ਹੱਕ ਨੇ, ਇਹਨਾਂ ਹੱਕਾਂ ਨੂੰ ਵੀ ਵਰਤੋਂ ਕਰਨੀ ਸਿੱਖੋ, ਤੇ ਆਹ ਤੇਰੇ ਫਰਜ਼ ਨੇ, ਇਹਨਾਂ ਫਰਜ਼ਾਂ ਦੀ ਵੀ ਗੱਲ ਕਰ ਰਹੀ ਸੀ। ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਨਵੇਂ ਐਮਐਲਏ ਆ ਗਏ, ਜੇ ਇਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਦੇਊਗਾ, ਇਹਨਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਕਿਹੜਾ ਰੂਲ ਹੈ, ਮੈਂ 0 ਆਵਰ ਕੀ ਹੈ, ਕੁਐਸਚਨ ਆਵਰ ਕੀ ਹੈ, ਉਹਦੇ 'ਚ ਮੈਂ ਕਿਵੇਂ ਕਰੂੰਗਾ। ਆਫਟਰ ਆਲ ਸਿੱਖਦਾ ਤਾਂ ਕਿਤੋਂ ਬੰਦਾ ਹੈ ਹੀ ਹੈ ਨਾ, ਪਹਿਲੇ ਦਿਨ ਤਾਂ ਨਹੀਂ ਆਉਂਦਾ ਹੀ ਸਿੱਖ ਜਾਂਦਾ। ਉਹਦੇ ਲਈ ਸਰਕਾਰਾਂ ਕੋਲ ਹੈ ਨੇ, ਪਰ ਮੈਨੂੰ ਇਹ ਲੱਗਿਆ ਕਿ ਪਿਛਲੇ ਸਮੇਂ 'ਚ ਸਰਕਾਰਾਂ ਨੇ ਖਰਚ ਕੀਤਾ। ਕਈ ਵਾਰ 5-5 ਕਰੋੜ ਰੁਪਈਆ ਸਾਲ ਦਾ ਖਰਚ ਹੋਇਆ ਪੰਚਾਇਤਾਂ ਨੂੰ ਟ੍ਰੇਨਿੰਗ 'ਤੇ। ਮੈਂ ਬੜੀ ਵਾਰ ਹੱਸਦਾ ਵੀ ਯਾਰ ਉਹ 5 ਕਰੋੜ ਸਾਲ ਦਾ ਖਰਚ ਹੋਇਆ, 5 ਬੰਦੇ ਤਾਂ ਦੱਸ ਦਿਓ ਵੀ ਆਹ ਤੁਸੀਂ ਟ੍ਰੇਨ ਕਰਤੇ, ਨਹੀਂ ਬਹੁਤੇ ਕੀਤੇ, 5 ਤਾਂ ਦਿਓ। ਤਾਂ ਫਿਰ ਉਹ ਛਕਾਏ ਕਿਵੇਂ ਗਏ, ਉਹ ਕਿੱਧਰ ਗਏ ਪੈਸੇ ਜਿਹਦੇ ਨਾਲ ਟ੍ਰੇਨ ਹੋਣਾ ਸੀ, ਜਿਹਦੇ ਨਾਲ ਗੱਲ ਕਰਨੀ ਸੀ। ਔਰ ਟ੍ਰੇਨ ਦਾ ਵੀ ਮਤਲਬ ਚੰਡੀਗੜ੍ਹ ਜਾਂ ਕਿਤੇ ਬੁਲਾਉਣ ਦੀ ਬਜਾਏ ਉੱਥੇ ਕਲਸਟਰ ਬਣਾ ਕੇ ਲੋਕਲ ਦਿੱਤੇ ਜਾਣ, ਜਿੱਥੇ ਉਹ ਆ ਸਕਣ, ਬੰਦੇ ਸ਼ਾਮ ਨੂੰ ਆਪਦੇ ਘਰ ਜਾ ਸਕਣ, ਜਿੱਥੇ ਕਿਉਂਕਿ ਉਹਨਾਂ ਨੇ ਕੰਮ ਧੰਦੇ ਵੀ ਤਾਂ ਕਰਨੇ ਨੇ, ਕੋਈ ਇਕੱਲਾ ਐਵੇਂ ਇਸ ਲੈਵਲ ਦਾ ਤਾਂ ਨਹੀਂ। ਉਹਦੇ ਤਰੀਕੇ ਵੀ ਨੇ, ਹਾਜ਼ਰੀ ਨਾ ਪਵੇ ਤੇ ਉਹ ਸਮਝ ਕੇ ਜਾ ਕੇ ਪਿੰਡਾਂ ਦੇ ਕੰਮ ਕਰਨ। ਔਰ ਇਸੇ ਤਰੀਕੇ ਦੇ ਨਾਲ ਜੇਕਰ ਥੋੜ੍ਹੀ ਜਿਹੀ ਸੁਹਿਰਦਤਾ ਦੇ ਨਾਲ, ਇਹ ਸਾਰੇ ਉਹ ਕੰਮ ਨੇ ਜਿਹਦੇ 'ਚ ਪੈਸੇ ਨਹੀਂ ਖਰਚ ਹੋ ਰਹੇ, ਬਜਟ ਤੁਹਾਡੇ ਕੋਲ ਖਜ਼ਾਨੇ 'ਚ ਹੈ ਜਾਂ ਨਹੀਂ ਹੈ, ਔਰ ਇਹਦੇ 'ਚ ਸਗੋਂ ਵਧਣ ਲੱਗ ਜਾਏਗਾ ਤੇ ਖਜ਼ਾਨੇ 'ਚ ਮੋੜਵੇਂ ਪੈਸੇ ਆਉਣਗੇ। ਮਿਸਾਲ ਦੇ ਤੌਰ 'ਤੇ ਜੇਕਰ ਮੈਂ ਮਨਰੇਗਾ ਦੀ ਜਿਵੇਂ ਪਹਿਲਾਂ ਗੱਲ ਕੀਤੀ, ਤੁਸੀਂ ਅੱਧੇ ਪੈਸੇ 5 ਏਕੜ ਤੱਕ ਵਾਲੀ ਆਪਣੀ ਸਾਂਝੀ ਜ਼ਮੀਨ ਜਾਂ ਕੱਲਿਆਂ ਦੀ ਜ਼ਮੀਨ ਤੁਸੀਂ ਬੂਟੇ ਲਾ ਦਿੰਦੇ ਹੋ, 3 ਸਾਲ ਲਈ ਉਹ 'ਚ ਰੁਜ਼ਗਾਰ ਮਿਲਦਾ ਬੰਦਿਆਂ ਨੂੰ ਬੜੇ ਵੱਡੇ ਪੱਧਰ ਦੇ ਉੱਤੇ। ਔਰ ਉਹ ਰੁਜ਼ਗਾਰ ਦੇ ਵਿੱਚ ਫਿਰ ਕੀ, ਉਹ 3 ਸਾਲਾਂ ਬਾਅਦ ਬਹੁਤ ਬੂਟੇ ਇਹੋ ਜਿਹੇ ਨੇ ਜਿਹੜੇ ਫਲ ਦੇਣਾ ਸ਼ੁਰੂ ਕਰ ਦਿੰਦੇ ਨੇ।
ਤੇ ਜਿਹੜੇ ਬੰਦੇ ਸ਼ਹਿਰਾਂ 'ਚ ਖਰੀਦਣ ਜਾਂਦੇ ਨੇ ਮਹਿੰਗੇ ਭਾਅ ਦੇ ਫਲ, ਉਹ ਨਹੀਂ ਖਰੀਦਣੇ ਪੈਣਗੇ। ਉਹ ਪਿੰਡਾਂ 'ਚ ਤਾਂ ਮਤਲਬ ਸਿਹਤ ਵੀ ਸੁਧਰੂ। ਪਿੰਡਾਂ ਦੇ ਕਿੰਨੇ ਬੇਰੁਜ਼ਗਾਰ ਆਮ ਬੰਦੇ ਨੇ ਜਿਹੜੇ ਘੱਟ ਪੜ੍ਹੇ ਲਿਖੇ ਨੇ, ਹੈ ਨਾ, ਉਹਨਾਂ ਨੂੰ ਤੁਸੀਂ ਟੈਂਪੂ ਰੇਹੜੀ ਜੋ ਮਰਜ਼ੀ ਦੇ ਦਿਓ ਵੀ ਜਾਓ ਸ਼ਹਿਰਾਂ 'ਚ ਤੇ ਆਲੇ ਦੁਆਲੇ ਵੇਚ ਕੇ ਆਓ ਫਲ। ਅੱਧੇ ਉਹਨੂੰ ਦੇ ਦਿਓ ਤੇ ਅੱਧੇ ਪੰਚਾਇਤ ਦੇ ਖਾਤੇ 'ਚ ਆ ਜਾਣਗੇ ਪੈਸੇ। ਪੰਚਾਇਤ ਦੀ ਆਮਦਨ ਵੀ ਵਧੂਗੀ ਤੇ ਬਾਕੀ ਵੀ। ਤੁਸੀਂ ਦੇਖੋ ਕਿ ਅੰਗਰੇਜ਼ ਨੇ ਕੀ ਕੀਤਾ ਸੀ। ਅੰਗਰੇਜ਼ ਦਾ ਜਿਹੜੀਆਂ ਪੁਰਾਣੀਆਂ ਨਹਿਰਾਂ ਨੇ, ਕਿਤੇ ਵੀ ਜਾਓ ਜਾਂ ਜਾਮਣ ਅੰਬ ਫਲਦਾਰ ਦਰਖਤ ਲੱਗੇ ਨੇ, ਉਹਦੇ ਨਾਲ ਕੀ ਫਰਕ ਪੈਂਦਾ ਸੀ? ਇੱਕ ਤਾਂ ਨੇੜਲੇ ਲੋਕ ਨਹਿਰਾਂ ਨਹੀਂ ਸੀ ਤੋੜਦੇ, ਉਹਨਾਂ ਨੂੰ ਅਸੀਂ ਵੀ ਚਲੋ ਜਾਮਣ ਅੰਬ ਤਾਂ ਖਾਂਦੇ ਆ, ਤੇ ਦੂਜਾ ਉਹ ਉਦੋਂ ਠੇਕੇ ਤੇ ਦੇ ਦਿੰਦੇ। ਉਹਨਾਂ ਦੀ ਮੇਨਟੇਨੈਂਸ ਕਾਸਟ ਨਿਕਲ ਆਉਂਦੀ ਸੀ। ਜਿਹੜੀ ਟੋਟਲ ਨਹਿਰਾਂ ਦੀ ਮੁਰੰਮਤ ਕਰਨ ਦਾ ਖਰਚਾ ਹੈ ਉਹ ਖਜ਼ਾਨੇ ਤੇ ਬੋਝ ਨਹੀਂ ਸੀ ਪੈਂਦਾ, ਉਹ ਬੋਲੀ ਦੇ ਨਾਲ ਹੀ ਦਿੱਤੇ ਹੋਏ ਉਹਨਾਂ ਬਾਗਬਾਨੀ 'ਚੋਂ ਹੀ ਨਿਕਲ ਆਉਂਦੇ ਸੀ। ਸਾਡੇ ਵੀ ਇਹ ਪਿੰਡਾਂ 'ਚ ਹੁਣ ਤੁਸੀਂ ਤਾਂ ਟੋਭੇ ਦੇ ਲਈ ਵੀ ਸਾਨੂੰ ਗ੍ਰਾਂਟ ਚਾਹੀਦੀ ਆ, ਬਾਕੀ ਲਈ ਵੀ ਇਹ ਸਾਰੀਆਂ ਚੀਜ਼ਾਂ ਉੱਥੋਂ ਇਵੋਲਵ ਹੋ ਸਕਦੀਆਂ ਨੇ, ਉੱਥੋਂ ਪੈਦਾ ਹੋ ਸਕਦੀਆਂ ਨੇ। ਔਰ ਇਸੇ ਕਰਕੇ ਇਹ ਹੈ ਵੀ ਜੇਕਰ ਸੁਹਿਰਦਤਾ ਦੇ ਨਾਲ ਉਸ ਪਾਸੇ ਸੋਚਿਆ ਜਾਏ, ਪਹਿਲਾਂ ਦਿਮਾਗ ਲੜਾਇਆ ਜਾਏ, ਆਪ ਸਮਝਦਾਰੀ ਦੀ ਗੱਲ ਹੋਵੇ, ਫਿਰ ਉਸ ਤੋਂ ਬਾਅਦ ਪੰਚਾਇਤੀ ਸਿਸਟਮ ਨੂੰ ਉਹਨਾਂ ਨੂੰ ਟ੍ਰੇਨਡ ਕੀਤਾ ਜਾਏ, ਤੇ ਫਿਰ ਹੇਠਾਂ ਜਵਾਬਦੇਹੀ ਵਾਲੀ ਕੰਮ ਕੀਤਾ ਜਾਏ। ਇੰਨਾ ਹੀ ਕੰਮ ਹੈ, ਇਹਦੇ ਨਾਲ ਕਾਫੀ ਚੀਜ਼ਾਂ ਚੇਂਜ 70-75 ਸਾਲ ਤੋਂ ਜਿਹੜਾ ਗਲੀ ਨਾਲੀ ਤੇ ਖੜਾ ਪਿੰਡ ਦਾ ਵਿਕਾਸ ਅਜੇ ਇਦੋਂ ਉੱਪਰ ਉੱਠ ਸਕਦਾ ਹੈ। ਚਲੋ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਤੇ ਹਾਲ ਹੀ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਪੰਚਾਇਤਾਂ ਵੀ ਹਰ ਪੰਚਾਇਤ 'ਚ 2 ਵਾਰਾਂ ਗ੍ਰਾਮ ਸਭਾਵਾਂ ਬੁਲਾਈਆਂ ਜਾਣਗੀਆਂ, ਕਿਉਂਕਿ ਬਹੁਤ ਮਹੱਤਵਪੂਰਨ ਆ। ਔਰ ਸਾਡਾ ਕਿਉਂਕਿ ਭਾਰਤ ਇੱਕ ਲੋਕਤੰਤਰ ਦੇਸ਼ ਆ, ਔਰ ਲੋਕਤੰਤਰ ਦੀ ਖੂਬਸੂਰਤੀ ਆ ਸਾਡੀਆਂ ਜਿਹੜੀਆਂ ਪੰਚਾਇਤਾਂ ਉਹ ਮੁੱਢਲੀਆਂ ਇਕਾਈਆਂ ਨੇ ਤੇ ਮਜ਼ਬੂਤ ਨੇ। ਤੇ ਜੇ ਲਾਜ਼ਮੀ ਤੌਰ ਤੇ ਅਗਰ ਸਰਕਾਰਾਂ ਨੇ ਦਿਲੋਂ ਗੱਲ ਕਰਨੀ ਹੈ ਤੇ ਫੈਸਲਾ ਸਵਾਗਤਯੋਗ ਆ। ਪਰ ਪਿਛਲੀਆਂ ਸਰਕਾਰਾਂ ਤੇ ਝਾਤੀ ਮਾਰੀਏ ਤੇ ਕਦੀ ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਨਹੀਂ ਬੁਲਾਈਆਂ ਗਈਆਂ। ਹੁਣ ਇਹ ਸਵਾਲ ਹੈ ਕਿ ਜਦ 26 ਜੂਨ ਨੂੰ ਮੌਜੂਦਾ ਜਿਹੜੀ ਨਵੀਂ ਸਰਕਾਰ ਆਮ ਆਦਮੀ ਪਾਰਟੀ, ਕੀ ਪੰਜਾਬ ਦੇ ਕਰੀਬ ਜਿਹੜੇ 13,000 ਪਿੰਡ ਨੇ ਉੱਥੇ ਵਾਕਈ ਗ੍ਰਾਮ ਸਭਾਵਾਂ ਬੁਲਾਈਆਂ ਜਾਣਗੀਆਂ? ਇਹ ਸਮਾਂ ਬਹੁਤਾ ਦੂਰ ਨਹੀਂ ਆ। ਸੱਚਾਈ ਸਾਹਮਣੇ ਆ ਜਾਏਗੀ, ਕਿਤੇ ਬਿਆਨਬਾਜ਼ੀ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਦੀ ਹੋਈ ਆ ਕਿ ਜਾਂ ਫਿਰ ਵਾਕਈ ਉਹਨਾਂ ਦੀ ਵੀ ਕਹਿਣੀ ਤੇ ਕਰਨੀ 'ਚ ਕੋਈ ਫਰਕ ਨਹੀਂ ਆ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।